पंजाबी लाइब्रेरी ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਮੈਂ ਮਨਪ੍ਰੀਤ ਰਤੀਆ ਅੱਜ ਫਿਰ punjabilibrary.com ਵਿੱਚੋਂ ਤੁਹਾਨੂੰ ਇੱਕ ਨਵੀਂ ਕਹਾਣੀ ਪੜ੍ਹ ਕੇ ਸੁਣਾਵਾਂਗੀ। ਅੱਜ ਦੀ ਕਹਾਣੀ ਆਪਾਂ ਕਹਾਣੀ ਸੰਗ੍ਰਹਿ ਅਣਸੀਤੇ ਜ਼ਖਮ 'ਚੋਂ ਲਈ ਗਈ ਹੈ, ਜਿਸ ਨੂੰ ਰਚਿਆ ਹੈ ਸਿਮਰਨ ਲੁਧਿਆਣਵੀ ਜੀ ਨੇ। ਤੇ ਇਸ ਕਹਾਣੀ ਦਾ ਨਾਮ ਹੈ ਆਖਰੀ ਦੀਵਾਲੀ। ਦੀਵਾਲੀ ਆ ਰਹੀ ਹੈ, ਹਰ ਪਾਸੇ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਦੁਕਾਨਾਂ 'ਤੇ ਹਰ ਦਿਨ ਹੀ ਭੀੜ ਉਮੜੀ ਰਹਿੰਦੀ ਹੈ। ਕੋਈ ਘਰ ਲਈ ਨਵਾਂ ਸਮਾਨ ਖਰੀਦ ਰਿਹਾ ਹੈ, ਕੋਈ ਨਵਾਂ ਫਰਨੀਚਰ, ਨਵੀਂ ਕਰੋਕਰੀ, ਨਵੇਂ ਉਪਕਰਨ। ਕੋਈ ਨਵੇਂ ਗਹਿਣੇ ਖਰੀਦ ਰਿਹਾ ਹੈ, ਸੋਨੇ ਦੇ ਗਹਿਣੇ, ਰਾਣੀ ਹਾਰ, ਚਾਂਦੀ ਦੀਆਂ ਝਾਂਜਰਾਂ। ਕੋਈ ਆਪਣੇ ਚਹੇਤਿਆਂ ਤੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਲਈ ਤੋਹਫੇ ਖਰੀਦ ਰਿਹਾ ਹੈ। ਬੱਚਿਆਂ ਨੂੰ ਮਿਠਾਈਆਂ ਦਾ ਚਾਅ ਹੈ, ਰੰਗ ਬਿਰੰਗੀਆਂ ਰਸ ਭਰੀਆਂ ਕਾਜੂ ਬਦਾਮਾਂ ਨਾਲ ਸਜੀਆਂ। ਨਵੇਂ ਕੱਪੜਿਆਂ ਦਾ ਚਾਅ ਹੈ ਤੇ ਪਟਾਕਿਆਂ ਦਾ ਚਾਅ ਤਾਂ ਹੱਦੋਂ ਵੱਧ ਹੈ। ਦੀਪੀ ਦੇ ਰਿੰਕੂ ਨੇ ਵੀ 2 ਦਿਨਾਂ ਤੋਂ ਜ਼ਿੱਦ ਫੜੀ ਪਈ ਹੈ ਕਿ ਸਾਨੂੰ ਵੀ ਨਵੇਂ ਕੱਪੜੇ ਲਿਆ ਕੇ ਦਿਓ, ਪਟਾਕੇ ਲਿਆ ਕੇ ਦਿਓ। ਅਜੇ ਤਾਂ ਦੀਵਾਲੀ ਨੂੰ ਹਫ਼ਤਾ ਪਿਆ ਹੈ ਤੇ ਬੱਚਿਆਂ ਨੇ ਇੱਦਾਂ ਰੱਟ ਲਾਈ ਹੋਈ ਹੈ ਜਿਵੇਂ ਦੀਵਾਲੀ ਕੱਲ੍ਹ ਹੀ ਹੋਵੇ। ਮੰਮੀ, ਬੰਟੀ ਹੋਰੀ ਵੀ ਪਟਾਕੇ ਲੈ ਆਏ ਨੇ, ਚਲੋ ਨਾ ਆਪਾਂ ਵੀ ਲੈ ਕੇ ਆਈਏ। ਰਿੰਕੂ ਨੂੰ ਨਵੇਂ ਪਟਾਕਿਆਂ ਦਾ ਚਾਅ ਹੈ ਤੇ ਦੀਪੀ, ਮੰਮੀ ਇਸ ਵਾਰੀ ਮੈਨੂੰ ਪੀਲੇ ਰੰਗ ਦਾ ਸੂਟ ਲੈ ਕੇ ਦਿਓ, ਮੈਨੂੰ ਬੜਾ ਚੰਗਾ ਲੱਗਦਾ ਪੀਲਾ ਰੰਗ, ਨਾਲੇ ਮੇਰੇ ਕੋਲ ਤਾਂ ਪੀਲੇ ਰੰਗ ਦਾ ਕੋਈ ਸੂਟ ਹੈ ਵੀ ਨਹੀਂ। ਦੀਪੀ ਦਾ ਤਾਂ ਨਵੇਂ ਸੂਟਾਂ ਦਾ ਕਦੇ ਚਾਅ ਹੀ ਨਹੀਂ ਲੱਥਦਾ। ਇਹਨਾਂ ਨੂੰ ਮਤਲਬ ਕਿ ਮੇਰੇ ਪਤੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲਣ ਦਾ ਚਾਅ ਰਹਿੰਦਾ ਹੈ। ਉਹ ਵੀ ਕਿਤੇ ਚਿਰਾਂ ਪਿੱਛੋਂ ਜਾ ਕੇ ਹੀ ਕਿਸੇ ਦਿਨ ਤਿਉਹਾਰ 'ਤੇ ਮਿਲ ਪਾਉਂਦੇ ਨੇ, ਹੱਸਦੇ ਗੱਲਾਂ ਕਰਦੇ ਨੇ, ਆਪਣੇ ਬੀਤੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਨੇ। ਹਰੇਕ ਨੂੰ ਇਸ ਤਿਉਹਾਰ ਦਾ ਚਾਅ ਹੈ, ਹਰੇਕ ਇਸ ਤਿਉਹਾਰ ਦੀ ਉਡੀਕ ਕਰ ਰਿਹਾ ਹੈ। ਚਾਅ ਤਾਂ ਮੈਨੂੰ ਵੀ ਸੀ ਇਸ ਤਿਉਹਾਰ ਦਾ, ਦੀਵਾਲੀ ਦਾ, ਦੀਵਾਲੀ ਦੀ ਜਗਮਗਾਉਂਦੀ ਰਾਤ ਦਾ, ਆਤਿਸ਼ਬਾਜ਼ੀਆਂ ਨਾਲ ਚਮਕਦੇ ਅਸਮਾਨ ਦਾ, ਪਟਾਕਿਆਂ ਦੀ ਆਵਾਜ਼ ਨਾਲ ਗੂੰਜਦੇ ਆਲੇ ਦੁਆਲੇ ਦਾ। ਦੀਪੀ ਵਾਂਗੂ ਨਵੇਂ ਕੱਪੜਿਆਂ ਦਾ, ਰਿੰਕੂ ਵਾਂਗੂ ਵੰਨ-ਸੁਵੰਨੀਆਂ ਰਸ ਭਰੀਆਂ ਮਿਠਾਈਆਂ ਦਾ, ਤੇ ਇਹਨਾਂ ਵਾਂਗੂ ਮਤਲਬ ਮੇਰੇ ਪਤੀ ਆਕਾਸ਼ ਵਾਂਗੂ ਆਪਣੇ ਦੋਸਤਾਂ ਨੂੰ ਮਿਲਣ ਦਾ, ਉਹਨਾਂ ਨਾਲ ਰਲ ਕੇ ਦੀਵਾਲੀ ਮਨਾਉਣ ਦਾ। ਬਚਪਨ ਦੇ ਚਾਅ ਕੁਝ ਹੋਰ ਸਨ ਤੇ ਚੜ੍ਹਦੀ ਜਵਾਨੀ ਦੇ ਕੁਝ ਹੋਰ। ਚੜ੍ਹਦੀ ਜਵਾਨੀ ਨਾਲ ਚਾਅ ਚੜ੍ਹਦੇ ਗਏ। ਹਰ ਆਉਂਦੀ ਦੀਵਾਲੀ ਨਾਲ ਚਾਅ ਪਹਿਲਾਂ ਨਾਲੋਂ ਵੱਧ ਨਰੋਏ ਹੋ ਆਉਂਦੇ ਰਹੇ। ਪਰ ਉਸ ਇੱਕ ਦੀਵਾਲੀ ਪਿੱਛੋਂ ਹਰ ਬੀਤਦੀ ਦੀਵਾਲੀ ਨਾਲ ਚਾਅ ਵੀ ਮਰਦੇ ਗਏ ਤੇ ਢਲਦੀ ਜਵਾਨੀ ਨਾਲ ਢਲਦੇ ਗਏ। ਹੁਣ ਮੇਰੇ ਆਪਣੇ ਚਾਅ ਕੋਈ ਖਾਸ ਨਹੀਂ, ਪਰ ਹੋਰਾਂ ਦੇ ਚਾਅ ਤਾਂ ਖਾਸ ਨਹੀਂ ਨਾ। ਮੈਂ ਉਹਨਾਂ 'ਚ ਹੀ ਖੁਸ਼ ਹੋ ਲੈਂਦੀ ਹਾਂ। ਕਦੇ ਬੱਚਿਆਂ ਨਾਲ ਜੀ ਪਰਚਾ ਲੈਂਦੀ ਹਾਂ ਤੇ ਕਦੇ ਆਕਾਸ਼ ਨਾਲ ਹੱਸ ਲੈਂਦੀ ਹਾਂ। ਜੇ ਉਹਨਾਂ ਨਾਲ ਨਾ ਹੱਸਾਂ ਤਾਂ ਉਹ ਬੁਰਾ ਤਾਂ ਨਹੀਂ ਮਨਾਉਂਦੇ, ਪਰ ਮੇਰੀ ਉਦਾਸੀ ਵੇਖ ਆਪ ਵੀ ਉਦਾਸ ਹੋ ਜਾਂਦੇ ਨੇ ਤੇ ਮੈਨੂੰ ਉਹਨਾਂ ਦੀ ਉਦਾਸੀ ਚੰਗੀ ਨਹੀਂ ਲੱਗਦੀ। ਜਦ ਵੀ ਦੀਵਾਲੀ ਦੀ ਰਾਤ ਆਉਂਦੀ ਹੈ, ਮੈਂ ਆਪਣੀ ਜ਼ਿੰਦਗੀ ਦੀ ਉਸ ਬੀਤੀ ਦੀਵਾਲੀ ਦੀ ਰਾਤ ਚੇਤੇ ਕਰਨ ਲੱਗ ਜਾਂਦੀ ਹਾਂ। ਉਹ ਬੀਤੀ ਰਾਤ, ਉਹ ਮੰਦਭਾਗੀ ਰਾਤ, ਕਾਲੀ ਦੀਵਾਲੀ, ਜਿਸ ਨੇ ਮੇਰੀ ਤੇ ਕਈਆਂ ਦੀ ਜ਼ਿੰਦਗੀ 'ਚ ਅੰਧਕਾਰ ਕਰ ਦਿੱਤਾ। ਸ਼ਾਇਦ ਮੈਂ ਉਸ ਸਦਮੇ ਵਿੱਚੋਂ ਅੱਜ ਵੀ ਬਾਹਰ ਨਹੀਂ ਆ ਸਕੀ। ਮੰਮੀ ਚਲੋ ਨਾ ਪਟਾਕੇ ਲੈਣ ਚੱਲੀਏ। ਰਿੰਕੂ ਫਿਰ ਤੋਂ ਜ਼ਿੱਦ ਕਰਨ ਲੱਗ ਪਿਆ। ਮੈਂ ਉਸਨੂੰ ਕੱਲ੍ਹ ਬਾਜ਼ਾਰ ਚੱਲਣ ਦਾ ਵਾਅਦਾ ਕਰ ਦਿੱਤਾ ਤੇ ਆਪ ਰਸੋਈ ਦਾ ਕੰਮ ਕਰਨ ਵਿੱਚ ਰੁੱਝ ਗਈ। ਦੀਵਾਲੀ ਆਉਣ ਨੂੰ ਤਾਂ ਥੋੜ੍ਹੇ ਦਿਨ ਹੀ ਰਹਿ ਗਏ ਨੇ, ਪਰ ਅਜੇ ਤੱਕ ਮੈਂ ਘਰ ਦੀ ਸਾਫ਼ ਸਫਾਈ ਦਾ ਕੰਮ ਸ਼ੁਰੂ ਵੀ ਨਹੀਂ ਕੀਤਾ। ਉਂਝ ਤਾਂ ਮੈਂ ਘਰ ਨੂੰ ਸਾਫ਼ ਸੁਥਰਾ ਹੀ ਰੱਖਦੀ ਹਾਂ, ਪਰ ਸਟੋਰ ਰੂਮ ਨੂੰ ਉਦੋਂ ਹੀ ਸਾਫ਼ ਕਰਦੀ ਹਾਂ ਜਦ ਦੀਵਾਲੀ ਆਉਣ ਵਾਲੀ ਹੁੰਦੀ ਹੈ। ਇਸ ਦਾ ਵੀ ਇੱਕ ਕਾਰਨ ਹੈ ਤੇ ਇਸ ਕਾਰਨ ਪਿੱਛੇ ਦਾ ਸੁਝਾਅ, ਜਾਂ ਕਹਿ ਲਓ ਕਿ ਹਿਦਾਇਤ, ਮੇਰੇ ਪਤੀ ਆਕਾਸ਼ ਦੀ ਦਿੱਤੀ ਹੋਈ ਹੈ। ਉਹ ਮੇਰੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਇਹ ਵੀ ਜਾਣਦੇ ਹਨ ਕਿ ਜਦ ਮੈਂ ਉਸ ਸਟੋਰ ਰੂਮ ਵਿੱਚ ਜਾਂਦੀ ਹਾਂ ਤਾਂ ਉਹੀਓ ਗੱਲਾਂ ਫੇਰ ਤੋਂ ਚੇਤੇ ਕਰਨ ਲੱਗ ਜਾਂਦੀ ਹਾਂ ਤੇ ਉਹਨਾਂ ਬੀਤੀਆਂ ਰਾਤਾਂ 'ਚ ਕਿਧਰੇ ਗੁਆਚ ਜਾਂਦੀ ਹਾਂ। ਕਮਰੇ 'ਚ ਦਾਖਲ ਹੁੰਦੇ ਹੀ ਮੈਨੂੰ ਉਦਾਸੀ ਘੇਰ ਲੈਂਦੀ ਹੈ ਤੇ ਮੈਂ ਕਿੰਨਾ ਚਿਰ ਕਮਰੇ 'ਚ ਬੈਠੀ ਹੀ ਪਛਤਾਵੇ ਦੇ ਹੰਝੂ ਘੇਰਦੀ ਰਹਿੰਦੀ ਹਾਂ।
ਮੇਰੀ ਉਦਾਸੀ ਨੂੰ ਘਟਾਉਣ ਲਈ ਹੀ ਆਕਾਸ਼ ਨੇ ਮੈਨੂੰ ਉਸ ਕਮਰੇ ਵਿੱਚ ਸਿਰਫ ਉਸ ਵੇਲੇ ਜਾਣ ਦੀ ਹੀ ਆਗਿਆ ਦਿੱਤੀ ਹੈ ਜਦ ਉਸ ਕਮਰੇ ਨੂੰ ਅਸਲ 'ਚ ਹੀ ਕਿਸੇ ਦੇ ਆਉਣ ਜਾਂ ਝਾੜ ਪੂੰਝ ਦੀ ਲੋੜ ਹੋਵੇ। ਮੈਂ ਆਪ ਵੀ ਉਸ ਕਮਰੇ ਵਿੱਚ ਜਾਣਾ ਨਹੀਂ ਚਾਹੁੰਦੀ ਕਿਉਂਕਿ ਉਸ ਕਮਰੇ ਦੀ ਹਰ ਚੀਜ਼, ਹਰ ਸ਼ੈ ਮੈਨੂੰ ਬੀਤੀ ਰਾਤ ਤੇ ਉਹ ਕਾਲੀ ਦੀਵਾਲੀ ਯਾਦ ਕਰਾ ਦਿੰਦੀ ਹੈ ਜੋ ਮੈਂ ਯਾਦ ਤਾਂ ਨਹੀਂ ਕਰਨਾ ਚਾਹੁੰਦੀ ਪਰ ਭੁੱਲ ਵੀ ਨਹੀਂ ਹੋ ਪਾ ਰਹੀ। ਰਾਤ ਦੀ ਰੋਟੀ ਦਾ ਵੀ ਵੇਲਾ ਹੋ ਚੱਲਿਆ। ਮੈਂ ਰੋਟੀ ਪਾਣੀ ਦੀ ਤਿਆਰੀ ਕਰਨੀ ਹੈ ਤੇ ਰਿੰਕੂ ਦਾ ਹੋਮਵਰਕ ਵੀ ਅਜੇ ਬਾਕੀ ਹੈ। ਦੀਪੀ ਨੂੰ ਹੋਮਵਰਕ ਤਾਂ ਮੈਂ ਸ਼ਾਮ ਨੂੰ ਹੀ ਕਰਾ ਛੱਡਿਆ ਸੀ। ਉਹ ਪੜ੍ਹਨ ਵਿੱਚ ਵੀ ਤੇਜ਼ ਹੈ ਤੇ ਕੰਮਕਾਜ ਵਿੱਚ ਵੀ। ਮੈਂ ਉਸਨੂੰ 1-2 ਸਵਾਲ ਕਰਾ ਦਿੰਦੀ ਹਾਂ ਤੇ ਬਾਕੀ ਉਹ ਆਪ ਹੀ ਕਰ ਲੈਂਦੀ ਹੈ। ਇਸੇ ਤਰ੍ਹਾਂ ਹੋਰ ਵਿਸ਼ਿਆਂ ਦਾ ਕੰਮ ਵੀ ਉਹ ਆਪ ਹੀ ਕਰ ਲੈਂਦੀ ਹੈ। ਮਗਰੋਂ ਮੇਰਾ ਕੰਮ ਬਸ ਇੱਕ ਵਾਰੀ ਇਹ ਵੇਖਣ ਦਾ ਹੁੰਦਾ ਹੈ ਕਿ ਕੰਮ ਸਹੀ ਹੈ ਜਾਂ ਨਹੀਂ। ਹਰ ਵਾਰੀ ਜਮਾਤ ਪਹਿਲੇ ਨੰਬਰ 'ਤੇ ਆਉਂਦੀ ਹੈ। ਉਹਦੀ ਮੈਡਮ ਵੀ ਉਹਦੇ ਕੰਮ ਦੀਆਂ ਤਾਰੀਫਾਂ ਕਰਦੀ ਨਹੀਂ ਥੱਕਦੀ। ਜਦੋਂ ਮੈਂ ਤੇ ਮੇਰੀ ਸਹੇਲੀ ਸੀਮਾ ਸਕੂਲ ਪੜ੍ਹਦੀਆਂ ਸਾਂ ਤਾਂ ਸੀਮਾ ਹੀ ਪਹਿਲੇ ਨੰਬਰ 'ਤੇ ਆਇਆ ਕਰਦੀ ਸੀ ਤੇ ਮੈਂ ਕਿਸੇ ਵੀ ਨੰਬਰ 'ਤੇ ਨਹੀਂ। ਪਰ ਸਾਡਾ ਦੋਹਾਂ ਦਾ ਪਿਆਰ ਇੰਨਾ ਸੀ ਕਿ ਅਸੀਂ ਕਦੇ ਲੜਦੇ ਨਹੀਂ ਸਾਂ ਹੁੰਦੇ। ਹਮੇਸ਼ਾ ਇਕੱਠੇ ਬੈਠਦੇ, ਇਕੱਠੇ ਖਾਂਦੇ, ਇੱਕ ਦੂਜੇ ਦੇ ਘਰ ਹੀ ਸੋ ਜਾਂਦੇ, ਇਕੱਠੇ ਦੀਵਾਲੀ ਮਨਾਉਂਦੇ ਤੇ ਇਕੱਠੇ ਹੱਸਦੇ ਖੇਡਦੇ। ਮੈਂ ਆਪਣੀਆਂ ਬੀਤੀਆਂ ਦੀਵਾਲੀਆਂ ਉਹਦੇ ਨਾਲ ਮਨਾਈਆਂ। ਬਚਪਨ ਵਿੱਚ ਅਸੀਂ ਇੱਕ ਦੂਜੇ ਦੇ ਘਰ ਚਲੀਆਂ ਜਾਂਦੀਆਂ ਸੀ ਤੇ ਜਦੋਂ ਜਵਾਨ ਹੋਈਆਂ ਤਾਂ ਕਦੇ ਅਸੀਂ ਦੀਵਾਲੀ ਇਕੱਲੇ ਨਹੀਂ ਸੀ ਮਨਾਈ। ਅਸੀਂ ਇਕੱਠੇ ਸਕੂਲ ਜਾਂਦੇ ਰਹੇ ਤੇ ਇਕੱਠੇ ਹੀ ਕਾਲਜ ਜਾਂਦੇ ਰਹੇ। ਜਦ ਛੁੱਟੀਆਂ ਪੈਂਦੀਆਂ ਉਹ ਮੇਰੇ ਘਰ ਰਹਿਣ ਆ ਜਾਇਆ ਕਰਦੀ, ਫਿਰ ਅਸੀਂ ਇਕੱਠੇ ਸੌਂਦੇ। ਇਹ ਕਿਸਮਤ ਦਾ ਹੀ ਖੇਲ ਸੀ ਜਾਂ ਸਬਬ ਕਹਿ ਲਓ ਕਿ ਅਸੀਂ ਜਿੱਥੇ ਵੀ ਰਹੇ ਇਕੱਠੇ ਹੀ ਰਹੇ। ਮੇਰਾ ਵਿਆਹ ਹੋਇਆ ਤਾਂ ਮੈਂ ਇੱਥੇ ਆ ਗਈ ਤੇ ਜਦ ਉਹਦਾ ਵਿਆਹ ਹੋਇਆ ਉਹ ਵੀ ਇਸੇ ਘਰ ਹੀ ਵਿਆਹੀ ਗਈ। ਆਕਾਸ਼ ਦੇ ਛੋਟੇ ਭਰਾ ਹੈਰੀ ਨਾਲ ਉਸਦਾ ਵਿਆਹ ਹੋਇਆ ਤੇ ਉਹ ਮੇਰੀ ਦਰਾਣੀ ਬਣ ਗਈ। ਪਰ ਮੈਂ ਫੇਰ ਵੀ ਉਸਨੂੰ ਸਹੇਲੀ ਬਣ ਕੇ ਹੀ ਮਿਲਦੀ। ਕਦੇ ਉਸ ਅੱਗੇ ਜੇਠਾਣੀ ਵਾਲਾ ਰੋਬ ਨਹੀਂ ਸੀ ਰੱਖਿਆ। ਕੋਈ ਸਾਨੂੰ ਇਕੱਠਿਆਂ ਨੂੰ ਵੇਖ ਲੈਂਦਾ ਤਾਂ ਕਹਿ ਦਿੰਦਾ ਕਿ ਅਸੀਂ ਤਾਂ ਸਕੀਆਂ ਭੈਣਾਂ ਲੱਗਦੀਆਂ। ਅਸੀਂ ਇਕੱਠੇ ਹੀ ਕਿੰਨੇ ਚਾਅ ਹੰਢਾਏ। ਇਕੱਠੇ ਸੂਟ ਲੈਣ ਜਾਣੀਆਂ, ਇਕੱਠੀਆਂ ਹੀ ਪਾਰਲਰ ਜਾਂਦੀਆਂ, ਹੋਰ ਤਾਂ ਹੋਰ ਸਬਜ਼ੀ ਭਾਜੀ ਲੈਣ ਵੀ ਇਕੱਠੀਆਂ ਹੀ ਜਾਂਦੀਆਂ। ਸਬਜ਼ੀ ਭਾਜੀ ਤੋਂ ਯਾਦ ਆਇਆ, ਅੱਜ ਮੈਂ ਭਿੰਡੀ ਬਣਾਉਣੀ ਹੈ। ਆਕਾਸ਼ ਨੂੰ ਬੜੀ ਪਸੰਦ ਹੈ। ਸੋਚਦੀ ਸੀ ਕਿ ਪਹਿਲਾਂ ਰਿੰਕੂ ਨੂੰ ਹੋਮਵਰਕ ਕਰਵਾ ਦਿਆਂ ਪਰ ਉਹ ਕਿੱਥੇ ਟਿਕ ਕੇ ਬੈਠਦਾ। ਉਹ ਵੀ ਸਾਰੇ ਘਰ ਵਿੱਚ ਟੱਪਦਾ ਫਿਰੀ ਜਾਂਦਾ। ਆਕਾਸ਼ ਕੱਲ੍ਹ ਹੀ ਉਹਦੇ ਲਈ ਨਵੀਂ ਰਿਮੋਟ ਕੰਟਰੋਲ ਕਾਰ ਲੈ ਕੇ ਆਈ ਸੀ। ਬਸ ਉਹਦੇ ਨਾਲ ਹੀ ਰੁੱਝਿਆ ਪਿਆ ਤੇ ਦੀਪੀ ਲਈ ਬੋਲਣ ਵਾਲੀ ਤੇ ਨੱਚਣ ਵਾਲੀ ਗੁੱਡੀ। ਅੱਜ ਕੱਲ੍ਹ ਦੇ ਤਾਂ ਖਿਡੌਣੇ ਹੀ ਹੋਰ ਨੇ। ਸਾਡੇ ਵੇਲੇ ਤਾਂ ਘਰੇ ਹੀ ਖਿਡੌਣੇ ਬਣ ਜਾਂਦੇ ਸੀ। ਕੱਪੜੇ ਤੇ ਰੂੰ ਨਾਲ ਗੁੱਡੀਆਂ ਪਟੋਲੇ ਜਿਹੇ ਬਣਾ ਕੇ ਅਸੀਂ ਕਿੰਨਾ ਚਿਰ ਖੇਡਦੇ ਨਹੀਂ ਸੀ ਥੱਕਦੇ। ਅੱਜ ਕੱਲ੍ਹ ਦੇ ਨਿਆਣੇ ਤਾਂ ਨਿੱਤ ਨਵੇਂ ਖਿਡੌਣੇ ਭਾਲਦੇ ਨੇ। ਜਦੋਂ ਮੈਂ ਤੇ ਮੇਰੀ ਸਹੇਲੀ ਸੀਮਾ ਛੋਟੇ ਹੋਇਆ ਕਰਦੇ ਸੀ ਤਾਂ ਸਾਡੇ ਕੋਲ ਵੀ ਇੱਕ ਗੁੱਡੇ ਤੇ ਗੁੱਡੀ ਦਾ ਜੋੜਾ ਸੀ। ਅਸੀਂ ਸਾਰਾ ਦਿਨ ਉਹਨਾਂ ਲਈ ਨਵੇਂ ਕੱਪੜੇ ਹੀ ਬਣਾਏ ਜਾਂਦੇ। ਮੈਨੂੰ ਗੁੱਡਾ ਪਸੰਦ ਸੀ ਤਾਂ ਮੈਂ ਗੁੱਡਾ ਰੱਖ ਲਿਆ ਸੀ ਤੇ ਸੀਮਾ ਨੂੰ ਗੁੱਡੀ। ਹੁਣ ਵੀ ਦੀਪੀ ਦੀ ਗੁੱਡੀ ਨੂੰ ਵੇਖ ਕੇ ਮੈਨੂੰ ਸੀਮਾ ਦੀ ਗੁੱਡੀ ਯਾਦ ਆ ਗਈ। ਸੀਮਾ ਨੂੰ ਉਸ ਗੁੱਡੀ ਨਾਲ ਇੰਨਾ ਲਗਾਅ ਸੀ ਕਿ ਉਹ ਆਪਣੇ ਦਹੇਜ ਵਿੱਚ ਗੁੱਡੀ ਤੱਕ ਵੀ ਨਾਲ ਲੈ ਕੇ ਆਈ ਸੀ। ਅੱਜ ਵੀ ਉਹ ਗੁੱਡੀ ਇਸੇ ਘਰ 'ਚ ਹੀ ਹੈ, ਸਟੋਰ ਰੂਮ 'ਚ। ਹਾਂ, ਸਟੋਰ ਰੂਮ ਤੋਂ ਸਫਾਈ ਦਾ ਵੀ ਚੇਤਾ ਆ ਗਿਆ। ਅੱਜ ਤਾਂ ਹੋਣਾ ਨਹੀਂ, ਇਸ ਲਈ ਕੱਲ੍ਹ ਹੀ ਸਫਾਈ ਕਰਾਂਗੀ। ਹੁਣ ਪਹਿਲਾਂ ਖਾਣਾ ਬਣਾ ਲਵਾਂ। ਮੈਂ ਰੋਟੀ ਪਾਣੀ ਬਣਾਉਣ ਵਿੱਚ ਰੁੱਝ ਗਈ ਹਾਂ ਤੇ ਦੀਪੀ ਸੀਮਾ ਵਾਂਗ ਆਪਣੀ ਗੁੱਡੀ ਨਾਲ ਖੇਡਣ 'ਚ। ਕੁਝ ਚਿਰ ਪਿੱਛੋਂ ਆਕਾਸ਼ ਵੀ ਆ ਜਾਂਦੇ ਨੇ ਤੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਡਾਈਨਿੰਗ ਟੇਬਲ 'ਤੇ ਖਾਣਾ ਖਾਂਦੇ ਹਾਂ। ਆਕਾਸ਼ ਦੱਸਦੇ ਨੇ ਕਿ ਉਹਨਾਂ ਨੂੰ ਗਿੱਪੀ ਦਾ ਫੋਨ ਆਇਆ ਸੀ। ਉਹ 2-4 ਦਿਨਾਂ 'ਚ ਹੀ ਇੰਡੀਆ ਆ ਰਿਹਾ ਹੈ। ਗਿੱਪੀ ਆਕਾਸ਼ ਦਾ ਬਚਪਨ ਦਾ ਦੋਸਤ ਹੈ। ਦੋਹਾਂ ਵਿੱਚ ਬੜਾ ਪਿਆਰ ਹੈ। ਗਿੱਪੀ ਭਾਵੇਂ ਆਸਟ੍ਰੇਲੀਆ ਚਲਾ ਗਿਆ ਹੈ ਪਰ ਦੀਵਾਲੀ ਮਨਾਉਣ ਹਰ ਸਾਲ ਉਹ ਇੰਡੀਆ ਆਉਂਦਾ ਹੈ। ਗਿੱਪੀ ਦੀ ਤਰ੍ਹਾਂ ਆਕਾਸ਼ ਦੇ ਹੋਰ ਵੀ 2-4 ਦੋਸਤ ਮਿੱਤਰ ਨੇ ਜੋ ਹਰ ਸਾਲ ਇੱਥੇ ਮਤਲਬ ਕਿ ਸਾਡੇ ਘਰ ਆ ਕੇ ਦੀਵਾਲੀ ਮਨਾਉਂਦੇ ਨੇ। ਇਹਨਾਂ ਨਾਲ ਇਹਨਾਂ ਦਾ ਪਰਿਵਾਰ ਵੀ ਹੁੰਦੇ
ਤੇ ਦੀਵਾਲੀ ਵਾਲੇ ਦਿਨ ਸਾਡੇ ਘਰ ਚੰਗੀ ਖਾਸੀ ਰੌਣਕ ਹੋ ਜਾਂਦੀ ਹੈ। ਹੋਰਾਂ ਵਾਂਗ ਆਕਾਸ਼ ਨੂੰ ਸਿਰਫ ਵਧਾਈਆਂ ਤੇ ਤੋਹਫੇ ਦੇਣ ਤੱਕ ਦੀ ਗੱਲ ਜੱਚਦੀ ਨਹੀਂ। ਇਸ ਲਈ ਉਹ ਹਮੇਸ਼ਾ ਆਪਣੇ ਚਹੇਤਿਆਂ ਤੇ ਯਾਰ ਦੋਸਤਾਂ ਨੂੰ ਘਰੇ ਹੀ ਸੱਦ ਲੈਂਦੇ ਨੇ। ਉਹਨਾਂ ਦੇ ਯਾਰ ਦੋਸਤ ਜਾਂ ਹੋਰ ਰਿਸ਼ਤੇਦਾਰ ਵੀ ਉਹਨਾਂ ਦਾ ਮਾਣ ਰੱਖਦੇ ਹੋਏ ਹੋਰ ਨਹੀਂ ਤਾਂ ਘੱਟੋ ਘੱਟ 1-ਅੱਧ ਘੰਟੇ ਲਈ ਸਾਡੇ ਘਰ ਠਹਿਰ ਹੀ ਜਾਂਦੇ ਨੇ। ਰਾਤ ਦਾ ਖਾਣਾ ਖਾ ਕੇ ਆਕਾਸ਼ ਹੁਣ ਕਮਰੇ 'ਚ ਚਲੇ ਗਏ, ਦੀਪੀ ਸੌਣ ਚਲੀ ਗਈ ਤੇ ਮੈਂ ਡਰਾਇੰਗ ਰੂਮ 'ਚ ਬੈਠੀ ਰਿੰਕੂ ਨੂੰ ਹੋਮਵਰਕ ਕਰਵਾਉਣ ਵਿੱਚ ਰੁੱਝ ਗਈ। ਜਦ ਤੱਕ ਉਹ ਆਪਣੀ ਦੁਹਰਾਈ ਕਰਦਾ ਹੈ, ਮੈਂ ਰਸੋਈ 'ਚ ਜਾ ਕੇ ਭਾਂਡੇ ਮਾਂਜਣ ਤੇ ਸਾਂਭ ਸੰਭਾਈ ਦਾ ਕੰਮ ਨਿਬੇੜਨ ਤੁਰ ਜਾਂਦੀ ਹਾਂ ਤੇ ਮੇਰੇ ਆਉਂਦੇ ਨੂੰ ਰਿੰਕੂ ਵੀ ਆਪਣਾ ਸਾਰਾ ਕੰਮ ਮੁਕਾ ਕੇ ਵਿਹਲਾ ਹੋ ਬੈਠ ਗਿਆ। ਬਾਕੀ ਦਾ ਹੋਮਵਰਕ ਕਰਵਾ ਕੇ ਮੈਂ ਰਿੰਕੂ ਨੂੰ ਸੁਆ ਦਿੰਦਾ ਤੇ ਆਪ ਸੌਣ ਲਈ ਕਮਰੇ 'ਚ ਚਲੀ ਜਾਂਦੀ ਹਾਂ। ਆਕਾਸ਼ ਸੋ ਰਹੇ ਹੁੰਦੇ ਆ। ਮੈਂ ਆਕਾਸ਼ ਵੱਲ ਵੇਖਦੀ ਹਾਂ ਤਾਂ ਵੇਖਦੇ ਵੇਖਦੇ ਆਪਣੀ ਹੀ ਸੋਚਾਂ ਵਿੱਚ ਗਵਾਚ ਜਾਂਦੀ ਹਾਂ। ਆਕਾਸ਼ ਹਮੇਸ਼ਾ ਮੈਨੂੰ ਖੁਸ਼ ਰੱਖਦੇ ਨੇ, ਮੈਨੂੰ ਕਿਸੇ ਚੀਜ਼ ਲਈ ਇਨਕਾਰ ਨਹੀਂ ਕਰਦੇ ਤੇ ਮੇਰੇ ਨਾਲ ਟਾਈਮ ਵੀ ਬਿਤਾਉਂਦੇ ਨੇ। ਮੇਰੀ ਜ਼ਿੰਦਗੀ ਦਾ ਉਹੀਓ ਚਾਨਣਾ ਨੇ ਤੇ ਮੇਰੇ ਜੀਣ ਦੀ ਵਜ੍ਹਾ ਵੀ। ਮੇਰੇ ਚਾਅ ਤਾਂ ਕਦੇ ਮੁੱਕ ਜਾਣੇ ਸੀ, ਪਰ ਆਕਾਸ਼ ਨੇ ਮੇਰੇ ਚਾਅ ਮਰਨ ਨਹੀਂ ਦਿੱਤੇ। ਇਹ ਰੌਣਕ ਭਰੀਆਂ ਦੀਵਾਲੀਆਂ ਤਾਂ ਉਹਨਾਂ ਦਾ ਇੱਕ ਬਹਾਨਾ ਹੈ ਮੈਨੂੰ ਖੁਸ਼ ਕਰਨ ਤੇ ਖੁਸ਼ ਰੱਖਣ ਦਾ, ਮੇਰੀ ਬੀਤੀ ਦੀਵਾਲੀ ਦੀਆਂ ਯਾਦਾਂ ਮਿਟਾਉਣ ਦਾ। ਉਸ ਕਾਲੀ ਦੀਵਾਲੀ ਦੇ ਮਗਰੋਂ ਜਿੰਨੀਆਂ ਵੀ ਦੀਵਾਲੀਆਂ ਆਈਆਂ, ਆਕਾਸ਼ ਨੇ ਕਦੇ ਮੈਨੂੰ ਉਸ ਕਾਲੀ ਦੀਵਾਲੀ ਦੇ ਅੰਧਕਾਰ 'ਚ ਖੋਣ ਨਹੀਂ ਦਿੱਤਾ। ਦੀਵਾਲੀ ਦੀਆਂ ਤਿਆਰੀਆਂ 'ਚ ਇਸੇ ਤਰ੍ਹਾਂ ਕੁਝ ਦਿਨ ਬੀਤ ਗਏ। ਸਾਂਭ ਸਫਾਈ ਤੇ ਸਾਫ਼ ਸਫਾਈ ਵੀ ਹੋ ਚੱਲੀ ਹੈ। ਸਟੋਰ ਰੂਮ ਨੇ ਮੁੜ ਮੇਰੀਆਂ ਯਾਦਾਂ ਨੂੰ ਤਾਜ਼ਾ ਕਰ ਛੱਡਿਆ। ਸੀਮਾ ਦੀ ਉਹ ਗੁੱਡੀ ਜੋ ਅਜੇ ਵੀ ਸਟੋਰ ਰੂਮ 'ਚ ਪਈ ਹੈ, ਮੁੜ ਮੈਨੂੰ ਕੁਝ ਪੁੱਛਦੀ ਹੈ, ਪਰ ਉਸਦੇ ਕਿਸੇ ਵੀ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ। ਸਟੋਰ ਰੂਮ 'ਚ ਅੱਧੋ ਵੱਧ ਚੀਜ਼ਾਂ ਸੀਮਾ ਤੇ ਉਸਦੇ ਪਤੀ ਹੈਰੀ ਦੀਆਂ ਹਨ, ਜੋ ਆਪ ਤਾਂ ਇਸ ਘਰ ਤੇ ਇਸ ਦੁਨੀਆ 'ਚ ਨਹੀਂ, ਪਰ ਆਪਣੀਆਂ ਚੀਜ਼ਾਂ ਤੇ ਆਪਣੀਆਂ ਯਾਦਾਂ ਨਾਲ ਇਸ ਘਰ 'ਚ ਆਪਣੀ ਇੱਕ ਛਾਪ ਛੱਡ ਗਏ ਨੇ। ਦੀਵਾਲੀ ਵੀ ਆ ਗਈ। ਘਰ ਵਿੱਚ ਮੁੜ ਰੌਣਕ ਨੇ ਪਹਿਰਾ ਲਾ ਲਿਆ। ਰਿਸ਼ਤੇਦਾਰਾਂ, ਵਾਕਫਾਂ ਤੇ ਦੋਸਤ ਮਿੱਤਰਾਂ ਦੀ ਚਹਿਲ ਪਹਿਲ ਘਰ 'ਚ ਸਾਰਾ ਦਿਨ ਹੀ ਰਹੀ। ਇਸ ਚਹਿਲ ਪਹਿਲ ਕਾਰਨ ਮੈਂ ਸਾਰਾ ਦਿਨ ਵਿਅਸਤ ਰਹੀ, ਕਦੇ ਬੱਚਿਆਂ 'ਚ ਕਦੇ ਮਹਿਮਾਨਾਂ 'ਚ ਰੁੱਝੀ ਰਹੀ। ਪਰ ਬੀਤੀ ਕਿਸੇ ਘਟਨਾ ਨੂੰ ਯਾਦ ਕਰਨ ਲਈ ਬਸ ਇੱਕ ਪਲ ਹੀ ਕਾਫੀ ਹੁੰਦਾ ਹੈ ਤੇ ਉਹ ਪਲ ਸੀ ਜਦ ਮੈਂ ਰਸੋਈ ਤੋਂ ਦੀਵੇ ਲੈਣ ਗਈ ਸੀ। ਉਸ ਰਾਤ ਵੀ ਇਹੀ ਹੋਇਆ ਸੀ। ਉਸ ਦੀਵਾਲੀ ਵਾਲੀ ਰਾਤ ਜੋ ਕਾਲੀ ਦੀਵਾਲੀ ਦੀ ਰਾਤ ਬਣ ਕੇ ਮੈਨੂੰ ਅੱਜ ਵੀ ਮੇਰੀ ਨੀਂਦ ਵਿੱਚ ਡਰਾ ਜਾਂਦੀ ਹੈ। ਉਸ ਰਾਤ ਮੈਂ ਤੇ ਮੇਰੀ ਸਹੇਲੀ ਸੀਮਾ ਦੀਵੇ ਲਾਉਣ ਦੀਆਂ ਤਿਆਰੀਆਂ ਕਰ ਰਹੀ ਸੀ। ਸੀਮਾ ਨੇ ਸਾਰੇ ਦੀਵੇ ਤੇਲ ਨਾਲ ਭਰ ਰੱਖੇ ਸੀ, ਬੱਤੀਆਂ ਵੀ ਸਜਾ ਰੱਖੀਆਂ ਸੀ, ਬਸ ਹੁਣ ਇਹਨਾਂ ਨੂੰ ਜਗਾਉਣਾ ਬਾਕੀ ਸੀ। ਇੰਨੇ ਨੂੰ ਘਰ 'ਚ ਮਹਿਮਾਨਾਂ ਦੀ ਦਸਤਕ ਹੁੰਦੀ ਹੈ ਤੇ ਸੀਮਾ ਬਾਹਰ ਮਹਿਮਾਨਾਂ ਦੀ ਆਓ ਭਗਤ 'ਚ ਰੁੱਝ ਜਾਂਦੀ ਹੈ। ਇੱਧਰ ਮੈਂ ਅੰਦਰ ਰਸੋਈ 'ਚ ਹਲਵਾ ਬਣਾਉਣ ਦੀ ਤਿਆਰੀ ਕਰ ਰਹੀ ਹੁੰਦੀ ਹਾਂ। ਮੈਂ ਗੈਸ ਚਲਾ ਕੇ ਉੱਤੇ ਕੜਾਹੀ ਵੀ ਰੱਖ ਦਿੰਦੀ ਹਾਂ, ਪਰ ਲਾਈਟਰ ਨਾਲ ਗੈਸ ਬਾਲਦੀ ਨਹੀਂ। ਗੈਸ ਬਾਲਣ ਤੋਂ ਪਹਿਲਾਂ ਹੀ ਮਹਿਮਾਨਾਂ ਦੇ ਆਉਣ ਜਾਣ ਦਾ ਮੇਰਾ ਧਿਆਨ ਵੀ ਉਸ ਪਾਸੇ ਹੀ ਹੋ ਜਾਂਦਾ ਹੈ। ਕੁਝ ਚਿਰ ਪਿੱਛੋਂ ਸੀਮਾ ਦੀਵੇ ਲੈਣ ਲਈ ਰਸੋਈ 'ਚ ਆਉਂਦੀ ਹੈ। ਉਸਦੀ ਮਦਦ ਲਈ ਹੈਰੀ ਵੀ ਰਸੋਈ 'ਚ ਚਲਿਆ ਜਾਂਦਾ ਹੈ, ਪਰ ਜਿਵੇਂ ਹੀ ਉਹ ਦੀਵੇ ਨੂੰ ਰੋਸ਼ਨ ਕਰਨ ਲੱਗਦੇ ਹਨ, ਉਹਨਾਂ ਦੀ ਜ਼ਿੰਦਗੀ ਅੰਧਕਾਰ 'ਚ ਡੁੱਬ ਜਾਂਦੀ ਹੈ। ਰਸੋਈ 'ਚ ਧਮਾਕਾ ਹੁੰਦਾ ਹੈ ਕਿਉਂਕਿ ਮੇਰੀ ਲਾਪਰਵਾਹੀ ਨਾਲ ਗੈਸ ਖੁੱਲ੍ਹੀ ਰਹਿ ਜਾਂਦੀ ਹੈ ਤੇ ਲੀਕ ਹੁੰਦੀ ਰਹਿੰਦੀ। ਮੇਰੀ ਇਸ ਗਲਤੀ ਦਾ ਖਾਮਿਆਜ਼ਾ ਮੇਰੀ ਸਹੇਲੀ ਸੀਮਾ ਤੇ ਮੇਰੇ ਦੇਵਰ ਹੈਰੀ ਨੂੰ ਆਪਣੀ ਜ਼ਿੰਦਗੀ ਗਵਾ ਕੇ ਭੁਗਤਣਾ ਪੈਂਦਾ। ਮੈਂ ਆਪਣੀ ਹਰ ਦੀਵਾਲੀ ਸੀਮਾ ਨਾਲ ਬਿਤਾਈ, ਪਰ ਉਹ ਤਾਂ ਆਪਣੀ ਆਖਰੀ ਦੀਵਾਲੀ ਵੀ ਮੇਰੇ ਨਾਲ ਮਨਾ ਕੇ ਚਲੀ ਗਈ। ਇਹ ਸੀ ਜੀ ਕਹਾਣੀ ਆਖਰੀ ਦੀਵਾਲੀ। ਹੋਰ ਕਹਾਣੀਆਂ ਪੜ੍ਹਨ ਤੇ ਸੁਣਨ ਲਈ ਪਲੀਜ਼ ਵਿਜ਼ਿਟ www.punjabilibrary.com and don't forget to subscribe our channel. Keep listening. Thank you so much. ਰੱਬ ਰਾਖਾ। ਸਤਿ ਸ਼੍ਰੀ ਅਕਾਲ।